ਗੁੱਡ ਆਫਟਰਨੂਨ ਸਟੂਡੈਂਟਸ। ਅੱਜ ਦਾ ਆਪਣਾ ਟੌਪਿਕ ਜਿਹੜਾ ਚੱਲ ਰਿਹਾ ਸੀ ਨੈਟਵਰਕਿੰਗ ਡਿਵਾਈਸਿਸ, ਉਹਦੇ ਵਿੱਚ ਆਪਾਂ ਰਿਪੀਟਰ ਅਤੇ ਬ੍ਰਿਜ ਦੋ ਕੰਪਲੀਟ ਕਰ ਲਏ ਆ। ਨੈਕਸਟ ਆਪਣਾ ਹੈ ਰਾਊਟਰਸ। ਰਾਊਟਰਸ ਹੈ ਜਿਹੜਾ ਮਲਟੀ ਪੋਰਟ ਡਿਵਾਈਸ ਹੁੰਦਾ, ਮਤਲਬ ਜਿਵੇਂ ਬ੍ਰਿਜ ਦੇ ਵਿੱਚ ਆਪਾਂ ਕੀਤਾ ਸੀ ਪੋਰਟ ਹੁੰਦੇ ਆ, ਬ੍ਰਿਜ ਦੇ ਵਿੱਚ ਜਿਹੜੇ ਪੋਰਟ ਆ ਘੱਟ ਹੁੰਦੇ ਆ। ਰਾਊਟਰ ਦੇ ਵਿੱਚ ਜਿਹੜੇ ਪੋਰਟ ਹੈ ਜਿਨ੍ਹਾਂ ਦੇ ਨਾਲ ਆਪਣੀਆਂ ਮਸ਼ੀਨਸ ਆਪਣੇ ਕੰਪਿਊਟਰ ਅਟੈਚ ਹੁੰਦੇ ਆ ਉਹ ਬ੍ਰਿਜ ਦੇ ਮੁਕਾਬਲੇ ਜ਼ਿਆਦਾ ਹੁੰਦੇ ਆ। ਬ੍ਰਿਜ ਅਤੇ ਰਿਪੀਟਰ ਦੋਨਾਂ ਦੇ ਮੁਕਾਬਲੇ ਜਿਹੜੇ ਪੋਰਟ ਹੈ ਉਹ ਰੂਟਰ ਦੇ ਵਿੱਚ ਜ਼ਿਆਦਾ ਹੁੰਦੇ ਨੇ। ਇੱਕ ਦੇਖੋ ਜਿਹੜਾ ਰੂਟਰ ਦੇ ਵਿੱਚ ਹੈ ਕਿੱਥੇ ਆਪਾਂ ਡਾਟਾ ਭੇਜਣਾ, ਜਿਹੜਾ ਆਪਾਂ ਡੈਸਟੀਨੇਸ਼ਨ ਪਾਥ ਦੇਵਾਂਗੇ, ਐਡਰੈਸ ਦੇਵਾਂਗੇ, ਉਹਦੇ ਲਈ ਆਪਾਂ ਇਹਦੇ ਵਿੱਚ ਸ਼ੋਰਟੈਸਟ ਪਾਥ ਕੈਲਕੂਲੇਟ ਕਰਦੇ ਹੁੰਦੇ ਹਾਂ ਕਿ ਉਹ ਰਸਤਾ ਜਿਹਦੇ ਵਿੱਚ ਆਪਾਂ ਨੂੰ ਘੱਟ ਤੋਂ ਘੱਟ ਟਾਈਮ ਲੱਗੇ। ਬ੍ਰਿਜ ਦੇ ਵਿੱਚ ਬ੍ਰਿਜ ਆਪਾਂ ਦੋ ਟਾਈਪ ਦੇ ਕੀਤੇ ਸੀ, ਟਰਾਂਸਪੇਰੈਂਟ ਬ੍ਰਿਜ ਅਤੇ ਸੋਰਸ ਰਾਊਟਿੰਗ ਬ੍ਰਿਜ। ਟਰਾਂਸਪੇਰੈਂਟ ਬ੍ਰਿਜ ਦੇ ਵਿੱਚ ਜਿਹੜਾ ਰੂਟ ਹੈ ਉਹ ਬ੍ਰਿਜ ਡਿਸਾਈਡ ਕਰਦਾ, ਅਤੇ ਸੋਰਸ ਰਾਊਟਿੰਗ ਬ੍ਰਿਜ ਦੇ ਵਿੱਚ ਜਿਹੜਾ ਰੂਟ ਹੈ ਉਹ ਐਂਡ ਸਟੇਸ਼ਨ ਡਿਸਾਈਡ ਕਰਦਾ। ਜਿਹੜਾ ਡਾਟਾ ਭੇਜਦਾ ਉਹ ਡਿਸਾਈਡ ਕਰਦਾ ਕਿ ਕਿਸ ਰੂਟ ਵਿੱਚ ਦੀ ਡਾਟਾ ਜਾਊਗਾ। ਬਟ ਰੂਟਰ ਦੇ ਵਿੱਚ ਹੈ ਜਿਹੜੇ ਇਹਦੇ ਵਿੱਚ ਇੱਕ ਆਪਾਂ ਟੇਬਲ ਬਣਾਵਾਂਗੇ, ਰਾਊਟਿੰਗ ਟੇਬਲ ਬਣਾਇਆ ਜਾਂਦਾ, ਉਹ ਰਾਊਟਿੰਗ ਟੇਬਲ ਇਨੇਬਲ ਕੀਤਾ ਜਾਂਦਾ। ਉਹਦੇ ਵਿੱਚ ਜਿੰਨੇ ਵੀ ਪੋਸੀਬਲ ਪਾਥ ਹੁੰਦੇ ਆ, ਜਿੰਨੇ ਵੀ ਪੋਸੀਬਲ ਰਸਤੇ ਹੁੰਦੇ ਆ ਕਿ ਕਿਸ ਰਸਤੇ ਦੇ ਥਰੂ ਹੈ ਜਿਹੜਾ ਆਪਣਾ ਡਾਟਾ ਰਿਸੀਵਰ ਤੱਕ ਪਹੁੰਚ ਸਕਦਾ, ਉਹ ਸਾਰੇ ਪਾਥ ਐਗਜ਼ਾਮਾਈਨ ਕੀਤੇ ਜਾਂਦੇ ਆ। ਅਤੇ ਫਿਰ ਉਹਨਾਂ ਦੇ ਵਿੱਚੋਂ ਜਿੰਨੇ ਵੀ ਪਾਥ ਆਪਣੇ ਕੋਲ ਇਕੱਠੇ ਹੋ ਕੇ ਆਉਂਦੇ ਆ ਕਿ ਇਹ ਵਾਲੇ ਪਾਥ ਹੈਗੇ ਆ, ਉਹਨਾਂ ਦੇ ਵਿੱਚੋਂ ਸ਼ੋਰਟੈਸਟ ਪਾਥ ਜਿਹੜਾ ਫਾਈਂਡ ਆਊਟ ਕੀਤਾ ਜਾਂਦਾ ਕਿ ਜਿਸ ਵਿੱਚ ਦੀ ਟਾਈਮ ਘੱਟ ਲੱਗੇ, ਜਿਸ ਪਾਥ 'ਤੇ ਟਰੈਫਿਕ ਘੱਟ ਹੈ, ਉਸੇ ਪਾਥ ਦੇ ਥਰੂ ਹੈ ਜਿਹੜਾ ਆਪਣਾ ਡਾਟਾ ਰਿਸੀਵਰ ਤੱਕ ਪਹੁੰਚਾਇਆ ਜਾਂਦਾ। ਦੇਖੋ ਰੂਟਰ ਹੈ ਜਿਹੜਾ ਉਹ ਫਿਲਟਰਿੰਗ ਵੀ ਕਰਦਾ ਅਤੇ ਇਨਕੈਪਸੂਲੇਸ਼ਨ ਵੀ ਕਰਦਾ ਬ੍ਰਿਜ ਦੀ ਤਰ੍ਹਾਂ। ਫਿਲਟਰ ਦੇਖੋ ਡਾਟਾ ਜੇਕਰ ਆਪਣੇ ਕੋਲ ਡਾਟਾ ਜਿਹੜਾ ਪਹੁੰਚ ਰਿਹਾ ਬ੍ਰਿਜ ਕੋਲ, ਰਾਊਟਰ ਕੋਲ ਜਿਹੜਾ ਡਾਟਾ ਪਹੁੰਚ ਰਿਹਾ ਸੈਂਟਰ ਦੁਆਰਾ, ਜੇਕਰ ਉਹ ਥੋੜ੍ਹਾ ਕਰਪਟ ਹੈ, ਸਿਗਨਲਸ ਹੈ ਜਿਹੜੀਆਂ ਵੀਕ ਸੀਗੀਆਂ, ਤਾਂ ਉਹਨੂੰ ਫਿਲਟਰ ਕਰਕੇ ਉਹਨੂੰ ਸਹੀ ਕਰਕੇ ਉਹਦੇ ਵਿੱਚ ਜਿਹੜੀ ਉਹਦੀ ਫਰੈਸ਼ ਕਾਪੀ ਤਿਆਰ ਕਰਕੇ ਰਿਸੀਵਰ ਨੂੰ ਉਹ ਸੈਂਡ ਕਰਦਾ। ਇਨਕੈਪਸੂਲੇਸ਼ਨ ਹੁੰਦਾ ਕਿ ਡਾਟਾ ਨੂੰ ਹਾਈਡ ਕਰਕੇ ਇਨਕੈਪਸੂਲੇਟ ਕਰਕੇ ਭੇਜਦਾ ਤਾਂ ਕਿ ਜਿਹੜਾ ਅਨਆਥੋਰਾਈਜ਼ਡ ਪਰਸਨ ਹੈ ਕੋਈ ਵੀ ਆ ਉਹ ਇਹਨੂੰ ਐਕਸੈਸ ਨਹੀਂ ਕਰ ਸਕਦਾ। ਜਿਹੜਾ ਰਾਊਟਰ ਹੈ ਇਹ ਫਿਜ਼ੀਕਲ, ਡਾਟਾ ਲਿੰਕ ਲੇਅਰ ਅਤੇ ਨੈਟਵਰਕ ਲੇਅਰ, OSI ਮਾਡਲ ਦੀਆਂ 3 ਲੇਅਰਸ 'ਤੇ ਜਿਹੜਾ ਇਹ ਕੰਮ ਕਰਦਾ, ਫਿਜ਼ੀਕਲ, ਡਾਟਾ ਲਿੰਕ ਅਤੇ ਨੈਟਵਰਕ ਲੇਅਰ। ਬ੍ਰਿਜਸ ਦੀ ਤਰ੍ਹਾਂ they are self learning, they can communicate their existence to other devices and learn the existence of new router। ਬ੍ਰਿਜ ਦੀ ਤਰ੍ਹਾਂ ਇਹ ਵੀ ਮਤਲਬ ਆਪਦੀ ਜਿਹੜਾ ਕਮਿਊਨੀਕੇਟ ਕਰਦਾ ਦੂਜੀਆਂ ਮਸ਼ੀਨਸ ਦੇ ਨਾਲ, ਤਾਂ ਇਹਦੀ ਐਗਜਿਸਟੈਂਸ ਹੈ ਜਿਹੜੀ ਉਹ ਪਤਾ ਲੱਗਦੀ ਹੈ ਕਿ ਰਾਊਟਰ ਮਸ਼ੀਨਸ ਦੇ ਵਿੱਚ ਰਾਊਟਰ ਆਪਾਂ ਯੂਜ਼ ਕਰ ਰਹੇ ਹਾਂ, ਕਿਉਂਕਿ ਇਹ ਜਦੋਂ ਕਮਿਊਨੀਕੇਟ ਕਰਦਾ, ਜੇਕਰ ਆਪਣੇ ਇੱਕ ਨੈਟਵਰਕਿੰਗ ਦੇ ਵਿੱਚ ਇੱਕ ਤੋਂ ਜ਼ਿਆਦਾ ਰਾਊਟਰ ਆਪਾਂ ਯੂਜ਼ ਕਰਦੇ ਹਾਂ ਤਾਂ ਇਹ ਉਹਨਾਂ ਨਾਲ ਵੀ ਕਮਿਊਨੀਕੇਟ ਕਰਦੇ ਨੇ। ਅਤੇ ਰਾਊਟਰ ਦਾ ਮੇਨ ਮਤਲਬ ਆਪਾਂ ਯੂਜ਼ ਕਰਦੇ ਹਾਂ ਜਦੋਂ ਦੋ ਡਿਫਰੈਂਟ ਟਾਈਪ ਦੇ ਨੈਟਵਰਕ ਹੋਣ, ਜਿਵੇਂ ਇੱਕ ਲੋਕਲ ਏਰੀਆ ਨੈਟਵਰਕ ਹੈ, ਇੱਕ ਵਾਈਡ ਏਰੀਆ ਨੈਟਵਰਕ ਹੈ, ਦੋ ਡਿਫਰੈਂਟ ਨੈਟਵਰਕ ਹੈ। ਉਹਨਾਂ ਦੇ ਵਿੱਚ ਹੈ ਜਿਹੜਾ ਰਾਊਟਰ ਉਹ ਡਾਟਾ ਜਿਹੜਾ ਸ਼ੇਅਰ ਕਰਦਾ, ਡਾਟਾ ਸੈਂਡ ਕਰਦਾ। ਜਿਹੜਾ ਪਹਿਲਾਂ ਆਪਾਂ ਕੀਤਾ ਸੀ ਰਿਪੀਟਰ ਹੈ ਜਿਹੜਾ ਇੱਕੋ ਲੈਨ ਦੇ, ਇੱਕੋ ਲੋਕਲ ਏਰੀਆ ਨੈਟਵਰਕ ਦੇ ਦੋ ਸਿਗਮੈਂਟਸ ਨੂੰ ਆਪਸ ਵਿੱਚ ਕਨੈਕਟ ਕਰਦਾ। ਫਿਰ ਆਪਾਂ ਕੀਤਾ ਸੀ ਬ੍ਰਿਜ ਹੈ ਜਿਹੜਾ ਦੋ ਲੋਕਲ ਏਰੀਆ ਨੈਟਵਰਕਸ ਨੂੰ ਆਪਸ ਵਿੱਚ ਕਨੈਕਟ ਕਰਦਾ। ਮੀਨਸ ਕਿ ਜਦੋਂ ਦੋ ਆਪਣੇ ਕੋਲ ਨੈਟਵਰਕ ਹੈ ਬਟ ਉਹਨਾਂ ਦਾ ਜਿਹੜਾ ਸੇਮ ਟਾਈਪ ਹੈ ਨੈਟਵਰਕ ਹੈ, ਜਿਹੜਾ ਸੇਮ ਟਾਈਪ ਦੇ ਨੈਟਵਰਕਸ ਨੂੰ ਆਪਸ ਵਿੱਚ ਕਨੈਕਟ ਕਰਦਾ, ਜਿਵੇਂ ਦੋ ਲੋਕਲ ਏਰੀਆ ਨੈਟਵਰਕ ਉਹਨਾਂ ਨੂੰ ਆਪਸ ਵਿੱਚ ਕਨੈਕਟ ਕਰਦਾ। ਅਤੇ ਰਾਊਟਰ ਹੈ ਜਿਹੜਾ ਇਹ ਡਿਫਰੈਂਟ ਟਾਈਪ ਦੇ ਨੈਟਵਰਕਸ ਨੂੰ ਆਪਸ ਵਿੱਚ ਕਨੈਕਟ ਕਰਦਾ। ਮੰਨ ਲਓ ਆਪਣੇ ਕੋਲ ਇੱਕ ਲੋਕਲ ਏਰੀਆ ਨੈਟਵਰਕ ਹੈ, ਇੱਕ ਮੈਟਰੋਪੋਲੀਟਨ ਏਰੀਆ ਨੈਟਵਰਕ ਹੈ, ਇਹ ਉਹਨਾਂ ਨੂੰ ਆਪਸ ਵਿੱਚ ਕਨੈਕਟ ਕਰੇਗਾ। ਜਾਂ ਇੱਕ ਲੋਕਲ ਏਰੀਆ ਨੈਟਵਰਕ ਹੈ, ਇੱਕ ਵਾਈਡ ਏਰੀਆ ਨੈਟਵਰਕ ਹੈ, ਉਹਨਾਂ ਨੂੰ ਆਪਸ ਵਿੱਚ ਕਨੈਕਟ ਕਰੇਗਾ। ਤਾਂ ਰਾਊਟਰ ਹੈ ਦੋ ਡਿਫਰੈਂਟ ਟਾਈਪਸ ਦੇ ਨੈਟਵਰਕਸ ਨੂੰ ਆਪਸ ਵਿੱਚ ਕਨੈਕਟ ਕਰਦਾ। ਰਾਊਟਰ ਹੈਜ਼ ਐਕਸੈਸ ਟੂ ਦਾ ਨੈਟਵਰਕ ਲੇਅਰ ਐਡਰੈਸ ਐਂਡ ਲੋਜੀਕਲ ਐਡਰੈਸ। ਨੈਟਵਰਕ ਲੇਅਰ ਤੋਂ ਡਾਟਾ ਰਾਊਟਰ ਹੈ ਜਿਹੜਾ ਉਹ ਐਡਰੈਸ ਲੈਂਦਾ ਡੈਸਟੀਨੇਸ਼ਨ ਦਾ, ਜਿੱਥੇ ਆਪਾਂ ਡਾਟਾ ਭੇਜਣਾ ਉਹਦਾ ਐਡਰੈਸ ਹੈ ਜਿਹੜਾ ਨੈਟਵਰਕ ਲੇਅਰ ਤੋਂ ਲੈਂਦਾ। ਨੈਕਸਟ ਪੁਆਇੰਟ ਦੇ ਵਿੱਚ ਉਹੀ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਇਹਦੇ ਵਿੱਚ ਇੱਕ ਰਾਊਟਿੰਗ ਟੇਬਲ ਯੂਜ਼ ਕੀਤਾ ਜਾਂਦਾ। ਰਾਊਟਿੰਗ ਟੇਬਲ ਦੇ ਵਿੱਚ ਹੈ ਜਿਹੜਾ ਆਪਣੇ ਡਾਟਾ ਦੇ ਵਿੱਚ ਐਡਰੈਸ ਲਿਖਿਆ ਹੁੰਦਾ ਰਿਸੀਵਰ ਦਾ ਕਿ ਇਸ ਰਿਸੀਵਰ ਕੋਲ ਡਾਟਾ ਭੇਜਣਾ, ਤਾਂ ਰਾਊਟਿੰਗ ਟੇਬਲ ਵਿੱਚ ਆਪਾਂ ਸਾਰੇ ਉਹਦੇ ਪਾਥ ਐਗਜ਼ਾਮਾਈਨ ਕਰਦੇ ਹਾਂ ਕਿ ਕਿਸ ਪਾਥ ਦੇ ਥਰੂ
किस किस रस्ते के थ्रू है जिहड़ा अपना डाटा रिसीवर तक पहुँच सकदा। ਤਾਂ ਉਹਦੇ ਵਿੱਚ ਆਪਾਂ ਫਿਰ ਸਾਰੇ ਪਾਥ ਐਗਜ਼ਾਮਾਈਨ ਕਰਕੇ ਜਿਹੜਾ ਸ਼ੋਰਟੈਸਟ ਪਾਥ ਹੈ ਜਿਹਦੇ ਵਿੱਚ ਟਾਈਮ ਸਭ ਤੋਂ ਘੱਟ ਲੱਗੂਗਾ ਉਹ ਪਾਥ ਹੈ ਜਿਹੜਾ ਆਪਾਂ ਕਲੈਕਟ ਕਰਦੇ ਹਾਂ ਅਤੇ ਸਿਲੈਕਟ ਕਰਕੇ ਉਸੇ ਪਾਥ ਦੇ ਥਰੂ ਆਪਾਂ ਡਾਟਾ ਸੈਂਡ ਕਰਦੇ ਹਾਂ। ਜਿਹੜੇ ਟੇਬਲਸ ਰਾਊਟਿੰਗ ਟੇਬਲਸ ਦੇ ਵਿੱਚ ਜਿਹੜੇ ਆਪਾਂ ਰੂਟ ਬਣਾਉਣੇ ਉਹ ਡਾਇਨਾਮਿਕ ਹੁੰਦੇ ਆ, ਸਟੈਟਿਕ ਨਹੀਂ ਹੁੰਦੇ, ਡਾਇਨਾਮਿਕ ਹੁੰਦੇ, ਉਹ ਬਦਲਦੇ ਰਹਿੰਦੇ ਆ। ਸਪੋਜ਼ ਆਪਾਂ ਸੈਂਡ ਕੀਤਾ ਡਾਟਾ ਅਤੇ ਜਿਹੜਾ ਰਿਸੀਵਰ ਹੈ ਉਹ ਕਾਫੀ ਆਪਣੇ ਤੋਂ ਦੂਰ ਹੈ, ਤਾਂ ਜਦੋਂ ਆਪਣੇ ਤੋਂ ਅਗਲੀ ਮਸ਼ੀਨ 'ਤੇ ਜਾਊਗਾ ਤਾਂ ਉੱਥੋਂ ਉਹਦੇ ਡਿਫਰੈਂਟ ਪਾਥ ਨਿਕਲਣਗੇ, ਤਾਂ ਜਿਹੜਾ ਰਾਊਟਿੰਗ ਟੇਬਲ ਦੇ ਵਿੱਚ ਹੈ ਉਹ ਸਾਰੇ ਪਾਥ ਜਿਹੜੇ ਸਟੋਰ ਹੋ ਜਾਣਗੇ। ਫਿਰ ਨੈਕਸਟ ਮਸ਼ੀਨ 'ਤੇ ਜਾਊਗਾ, ਉੱਥੋਂ ਜਿੰਨੇ ਵੀ ਪਾਥ ਨਿਕਲਦੇ ਆ ਤਾਂ ਪਹਿਲਾਂ ਵਾਲੇ ਜਿਹੜੇ ਟੇਬਲ ਦੇ ਵਿੱਚੋਂ ਪਾਥ ਡਿਲੀਟ ਹੋ ਕੇ ਨਵੇਂ ਪਾਥ ਉਹਦੇ ਵਿੱਚ ਐਡ ਹੋ ਜਾਣਗੇ। ਤਾਂ ਇਸ ਲਈ ਆਪਾਂ ਇਹਨੂੰ ਕਹਿ ਸਕਦੇ ਜਿਹੜਾ ਰਾਊਟਿੰਗ ਟੇਬਲ ਆ ਉਹ ਇੱਕ ਡਾਇਨਾਮਿਕ ਹੈ ਕਿ ਟਾਈਮ ਟੂ ਟਾਈਮ ਉਹ ਚੇਂਜ ਹੁੰਦਾ ਰਹਿੰਦਾ। ਰਾਊਟਰ ਐਕਟਸ ਲਾਈਕ ਅ ਸਟੇਸ਼ਨ ਔਨ ਅ ਨੈਟਵਰਕ। ਦੇਖੋ ਇੱਕ ਤਰ੍ਹਾਂ ਦਾ ਸਟੇਸ਼ਨ ਹੈ, ਇੱਥੇ ਆ ਕੇ ਜਿਵੇਂ ਸਟੇਸ਼ਨ 'ਤੇ ਜਾ ਕੇ ਆਪਾਂ ਆਪਦਾ ਰੂਟ ਡਿਸਾਈਡ ਕਰਦੇ ਹਾਂ ਕਿ ਆਪਾਂ ਕਿਸ, ਜਿਵੇਂ ਆਪਾਂ ਕੋਈ ਰੇਲਵੇ ਸਟੇਸ਼ਨ ਲਗਾ ਲਓ, ਰੇਲਵੇ ਸਟੇਸ਼ਨ 'ਤੇ ਜਾ ਕੇ ਆਪਾਂ ਆਪਦਾ ਰਸਤਾ ਲੈਂਦੇ ਹਾਂ ਟ੍ਰੇਨ ਦੇ ਥਰੂ ਕਿ ਇਸ ਰਸਤੇ ਜਾਣਾ। ਉਸੇ ਤਰ੍ਹਾਂ ਹੀ ਨੈਟਵਰਕ ਦਾ ਜਿਹੜਾ ਸਟੇਸ਼ਨ ਕਿਹਾ ਜਾਂਦਾ ਰਾਊਟਰ ਨੂੰ, ਰਾਊਟਰ 'ਤੇ ਆ ਕੇ ਜਿਹੜਾ ਆਪਣਾ ਪੈਕੇਟ ਹੈ, ਆਪਣਾ ਮੈਸੇਜ ਹੈ ਜਾਂ ਆਪਣਾ ਕੋਈ ਵੀ ਇਨਫੋਰਮੇਸ਼ਨ ਹੈ ਉਹ ਆਪਣਾ ਰਸਤਾ ਲੈਂਦਾ, ਆਪਦਾ ਰਸਤਾ ਡਿਸਾਈਡ ਕਰਦਾ ਕਿ ਮੈਂ ਕਿਸ ਰਸਤੇ ਜਾ ਰਿਹਾ ਹਾਂ। ਨੈਕਸਟ ਦੇਖੋ ਡਾਇਗਰਾਮ ਦੇ ਵਿੱਚ ਸ਼ੋ ਹੋ ਰਿਹਾ ਕਿ ਜਿਹੜਾ ਰਾਊਟਰ ਹੈ ਉਹ ਫਿਜ਼ੀਕਲ, ਡਾਟਾ ਲਿੰਕ ਲੇਅਰ ਅਤੇ ਨੈਟਵਰਕ 3 ਲੇਅਰਸ 'ਤੇ ਜਿਹੜਾ ਕੰਮ ਕਰ ਰਿਹਾ। ਅਤੇ ਨੈਟਵਰਕ ਲੇਅਰ ਤੋਂ ਆ ਜਿਹੜਾ ਇਹ ਰਿਸੀਵਰ ਦਾ ਐਡਰੈਸ ਲੈਂਦਾ ਕਿ ਕਿਸ ਆਪਾਂ ਪਾਥ 'ਤੇ ਕਿਸ ਮਤਲਬ ਮਸ਼ੀਨ 'ਤੇ ਆਪਾਂ ਡਾਟਾ ਸੈਂਡ ਕਰਨਾ। ਸੈਕਿੰਡ ਡਾਇਗਰਾਮ ਦੇ ਵਿੱਚ ਦੇਖੋ, ਇੱਕ ਤਾਂ ਮੈਂ ਤੁਹਾਨੂੰ ਕਿਹਾ ਸੀ ਡਿਫਰੈਂਟ ਟਾਈਪ ਦੇ ਨੈਟਵਰਕ ਹੋਣ, ਅਤੇ ਜਿੱਥੇ ਡਿਫਰੈਂਟ ਟਾਈਪ ਦੀਆਂ ਟੋਪੋਲੋਜੀ ਹੋਣ ਉੱਥੇ ਵੀ ਆਪਾਂ ਰਾਊਟਰ ਯੂਜ਼ ਕਰ ਸਕਦੇ ਹਾਂ। ਨੈਕਸਟ ਡਾਇਗਰਾਮ ਦੇ ਵਿੱਚ ਉਹੀ ਸ਼ੋ ਹੋ ਰਿਹਾ ਕਿ 2 ਬੱਸ ਟੋਪੋਲੋਜੀ ਯੂਜ਼ ਕੀਤੇ ਹੋਏ ਆ, ਮਤਲਬ ਤਿੰਨ ਜਿਹੜੇ ਕੰਪਿਊਟਰ ਹੈ ਆਪਸ ਵਿੱਚ ਬੱਸ ਟੋਪੋਲੋਜੀ ਦੇ ਥਰੂ ਐਡ ਨੇ, ਅਤੇ 4 ਕੰਪਿਊਟਰ ਜਿਹੜੇ ਰਿੰਗ ਟੋਪੋਲੋਜੀ ਦੇ ਥਰੂ ਆਪਸ ਵਿੱਚ ਐਡ ਨੇ, ਅਤੇ ਇਹਨਾਂ ਸਾਰਿਆਂ ਨੂੰ ਆਪਾਂ ਰਾਊਟਰਸ ਦੀ ਮਦਦ ਦੇ ਨਾਲ ਕਨੈਕਟ ਕਰ ਰਹੇ ਹਾਂ। ਆਪਣੇ ਨੈਟਵਰਕ ਦੇ ਵਿੱਚ ਇੱਕ ਤੋਂ ਜ਼ਿਆਦਾ ਰਾਊਟਰ ਵੀ ਹੋ ਸਕਦੇ ਆ, ਜ਼ਰੂਰੀ ਨਹੀਂ ਕਿ ਆਪਾਂ ਇੱਕ ਹੀ ਰਾਊਟਰ ਯੂਜ਼ ਕਰਨਾ, ਆਪਾਂ ਇੱਕ ਤੋਂ ਜ਼ਿਆਦਾ, ਜੇਕਰ ਆਪਣਾ ਨੈਟਵਰਕ ਕਾਫੀ ਵੱਡਾ ਤਾਂ ਆਪਾਂ ਇੱਕ ਤੋਂ ਜ਼ਿਆਦਾ ਰਾਊਟਰ ਯੂਜ਼ ਕਰ ਸਕਦੇ ਹਾਂ। ਅਤੇ ਜਿਹੜੇ ਰਾਊਟਰਸ ਹੈ ਉਹ ਵੀ ਆਪਸ ਵਿੱਚ ਕਮਿਊਨੀਕੇਟ ਕਰਦੇ ਨੇ। ਨੈਕਸਟ ਆਪਾਂ ਇਹਦੇ ਵਿੱਚ ਦੱਸਿਆ ਕਿ ਰਾਊਟਰ ਹੈ ਜਿਹੜਾ ਡਾਟਾ ਰਿਸੀਵ ਕਰਦਾ ਪੈਕੇਟ ਫੋਰਮ ਦੇ ਵਿੱਚ, ਨੈਟਵਰਕ ਲੇਅਰ 'ਤੇ ਜਿਹੜਾ ਪੈਕੇਟ ਆਪਾਂ ਮਤਲਬ ਸੈਂਡ ਕਰਦੇ ਹਾਂ, ਡਾਟਾ ਲਿੰਕ ਲੇਅਰ 'ਤੇ ਆਪਾਂ ਫਰੇਮ ਦੇ ਵਿੱਚ ਕੰਮ ਕਰਦੇ ਹਾਂ, ਨੈਟਵਰਕ ਲੇਅਰ ਦੇ ਵਿੱਚ ਆਪਾਂ ਪੈਕੇਟ ਦੇ ਵਿੱਚ ਕੰਮ ਕਰਦੇ ਹਾਂ ਕਿ ਡਾਟਾ ਜਿਹੜਾ ਪੈਕੇਟ ਦੇ ਥਰੂ ਸੈਂਡ ਕੀਤਾ ਜਾਂਦਾ ਅੱਗੇ। ਰਾਊਟਰ ਹੈ ਜਿਹੜਾ ਪੈਕੇਟ ਰਿਸੀਵ ਕਰਦਾ ਕਿਸੇ ਵੀ ਆਪਣੇ ਸੋਰਸ ਡੈਸਟੀਨੇਸ਼ਨ ਤੋਂ, ਜਿੱਥੇ ਮਤਲਬ ਜਿਹਨੇ ਸੈਂਡ ਕੀਤਾ ਉਹ ਤੋਂ ਡਾਟਾ ਰਿਸੀਵ ਕਰਦਾ। ਡਾਟਾ ਜਿਹੜਾ ਆਪਣਾ ਡਾਟਾ ਪੈਕੇਟ ਦੇ ਵਿੱਚ ਰਿਸੀਵ ਕਰਦਾ, ਅਤੇ ਪੈਕੇਟ ਦੇ ਵਿੱਚ ਹੈ ਜਿਹੜਾ ਐਡਰੈਸ ਦਿੱਤਾ ਹੁੰਦਾ ਨੋਡ ਦਾ ਕਿ ਕਿਸ ਨੋਡ 'ਤੇ ਆਪਾਂ ਡਾਟਾ ਸੈਂਡ ਕਰਨਾ। ਹਰ ਇੱਕ ਪੈਕੇਟ ਆਪਣਾ ਡੈਸਟੀਨੇਸ਼ਨ ਐਡਰੈਸ ਕੰਟੇਨ ਕਰਦਾ ਕਿ ਕਿਸ ਜਗ੍ਹਾ 'ਤੇ ਉਹਨੇ ਜਾ ਕੇ ਸੈਂਡ ਹੋਣਾ, ਅਤੇ ਫਿਰ ਉਸ ਐਡਰੈਸ ਦੇ ਵਿੱਚੋਂ ਜਿਹੜਾ ਆਪਣਾ ਰਾਊਟਿੰਗ ਟੇਬਲ ਹੈ ਉਹਦੇ ਵਿੱਚ ਮੈਚ ਕੀਤਾ ਜਾਂਦਾ ਕਿ ਐਡਰੈਸ ਕੰਟੇਨ ਹੈ। ਜੇਕਰ ਉਹ ਐਡਰੈਸ ਕੰਟੇਨ ਕਰਦਾ, ਉਹ ਆਪਣਾ ਐਡਰੈਸ ਨੈਟਵਰਕ ਦੇ ਵਿੱਚ ਅਟੈਚ ਹੈ, ਤਾਂ ਉਹਦੇ ਸਾਰੇ ਜਿਹੜੇ ਵੇ ਹੈਗੇ ਨੇ, ਜਿਹੜੇ ਵੀ ਰਸਤੇ ਨੇ ਉਹ ਐਗਜ਼ਾਮਾਈਨ ਕੀਤੇ ਜਾਂਦੇ ਨੇ, ਅਤੇ ਫਿਰ ਇੱਕ ਐਪਰੋਪ੍ਰਾਈਟ ਜਿਹੜਾ ਰੂਟ ਹੈ ਉਹ ਸਿਲੈਕਟ ਕੀਤਾ ਜਾਂਦਾ ਜਿਹਦੇ ਵਿੱਚ ਆਪਾਂ ਨੂੰ ਟਾਈਮ ਘੱਟ ਲੱਗੇ ਅਤੇ ਆਪਣਾ ਜਿਹੜਾ ਡਾਟਾ ਉਹ ਮਤਲਬ ਉਹ ਆਪਣਾ ਲੋਸ ਵੀ ਨਾ ਹੋਵੇ। ਜੇਕਰ ਆਪਣੇ ਟਰੈਫਿਕ ਘੱਟ ਹੋਊਗਾ ਉਸ ਰਸਤੇ 'ਤੇ ਤਾਂ ਆਪਣਾ ਡਾਟਾ ਲੋਸ ਹੋਣ ਦੇ ਬਹੁਤ ਘੱਟ ਚਾਂਸ ਹੁੰਦੇ ਆ। ਨੈਕਸਟ ਬੱਚੇ ਆਪਣਾ ਆ ਗਿਆ ਗੇਟਵੇਜ਼। ਗੇਟਵੇਜ਼ ਆਰ ਇੰਟਰਨੈਟਵਰਕਿੰਗ ਡਿਵਾਈਸਿਸ ਦੈਟ ਓਪਰੇਟ ਇਨ ਆਲ 7 ਲੇਅਰਸ ਆਫ OSI ਮਾਡਲ। ਜਿਵੇਂ ਡਾਇਗਰਾਮ ਦੇ ਵਿੱਚ ਵੀ ਸ਼ੋ ਹੋ ਰਿਹਾ ਕਿ 7 ਲੇਅਰਸ 'ਤੇ ਜਿਹੜਾ OSI ਮਾਡਲ 'ਤੇ ਜਿਹੜਾ ਕੰਮ ਕਰਦਾ। ਗੇਟਵੇਜ਼ ਐਕਟ ਐਜ਼ ਅ ਪ੍ਰੋਟੋਕੋਲ ਕਨਵਰਟਰ। ਦੇਖੋ ਜਦੋਂ ਆਪਾਂ OSI ਮਾਡਲ ਕੀਤਾ ਸੀ ਤਾਂ ਦੋਨੋਂ ਡਿਵਾਈਸ ਦੇ ਵਿੱਚ, ਜਿਵੇਂ ਡਿਵਾਈਸ A ਡਿਵਾਈਸ B ਦੇ ਵਿੱਚ ਹਰ ਇੱਕ ਲੇਅਰ 'ਤੇ ਇੱਕ ਪ੍ਰੋਟੋਕੋਲ ਕੰਮ ਕਰਦਾ ਸੀ, ਤਾਂ ਇਹਦੇ ਵਿੱਚ ਆਪਾਂ ਨੂੰ ਪ੍ਰੋਟੋਕੋਲ ਦੀ ਜਗ੍ਹਾ ਆਪਾਂ ਗੇਟਵੇ ਯੂਜ਼ ਕਰ ਸਕਦੇ ਹਾਂ। ਅਤੇ ਜਿਹੜੇ ਇਹ ਪ੍ਰੋਟੋਕੋਲ ਨੂੰ ਕਨਵਰਟ ਕਰ ਦਿੰਦਾ ਕਿ ਪ੍ਰੋਟੋਕੋਲ ਦੀ ਮਦਦ ਦੀ ਜਗ੍ਹਾ ਗੇਟਵੇ ਖੁਦ ਕੰਮ ਕਰ ਰਿਹਾ। ਗੇਟਵੇ ਜਿਹੜਾ ਇਹ ਵੀ 2 ਡਿਫਰੈਂਟ ਟਾਈਪ ਦੇ ਨੈਟਵਰਕਸ ਨੂੰ ਹੈ ਜਿਹੜਾ ਆਪਸ ਵਿੱਚ ਕਨੈਕਟ ਕਰਦਾ।
इट यूजेज टू कनैक्ट टू डिफरेंट टाइप्स ऑफ नैटवर्क दैट यूजेज डिफरेंट प्रोटोकॉल। दो डिफरेंट टाइप के नैटवर्क है जिहड़े कि प्रोटोकॉल भी डिफरेंट टाइप के यूज़ कर रहे हैं। उन्होंने जिहड़े प्रोटोकॉल आ अलग अलग टाइप्स के है, उन्होंने कनैक्ट कर लिए जिहड़ा आपां गेटवे यूज़ करते हैं। इट कैन बी यूज टू कनैक्टिंग डिवाइस बिटवीन टू इंटरनैटवर्कस दैट इज डिफरेंट मॉडल्स। देखो ही आ गया कि भावें वो प्रोटोकॉल डिफरेंट यूज़ कर रहे हैं, भावें वो मॉडल्स डिफरेंट यूज़ कर रहे हैं, उन्होंने कनैक्ट कर लिए जिहड़ा आपां गेटवेज यूज़ करते हैं। देखो जिवें डायग्राम दे विच शो हो रहा, एक साइड है जिहड़ा एप्पल टॉक प्रोटोकॉल यूज़ किया जा रहा, एक साइड है जिहड़ा TCP/IP मॉडल यूज़ किया जा रहा। तो दोनों नूं कनैक्ट कर लिए जिहड़ा गेटवे यूज़ किया जाता। एक बार मैं फिर रिपीट कर दिंदी है, जिहड़े रिपीटर्स है वो इक्को लैन दे लोकल एरिया नैटवर्क के दो सिगमेंट्स नूं आपस विच कनैक्ट करते हैं। फिर आ जाते आ ब्रिज है जिहड़े दो सेम टाइप के नैटवर्कस नूं आपस विच कनैक्ट करते हैं, जिवें दो लोकल एरिया नैटवर्कस है उन्होंने आपस विच कनैक्ट करनगे। फिर आ गया राउटर है जिहड़ा डिफरेंट टाइप के नैटवर्कस नूं आपस विच कनैक्ट करते हैं, जिवें एक लैन है एक वैन, उन्होंने कनैक्ट करते हैं। राउटर तो बाद आ गया गेटवे जिहड़ा डिफरेंट टाइप के जिहदे विच जिहड़े दो नैटवर्क है उन्हां दे विच डिफरेंट टाइप के मॉडल यूज़ किए जाते हैं, डिफरेंट टाइप के उन्हां दे विच प्रोटोकॉल यूज़ किए जाते हैं, उन्होंने आपस विच कनैक्ट करते हैं। नैक्सट बच्चे जिहड़ा स्विच है आपां सिर्फ अपनी बुक ते सिर्फ इत्थे दिता होया हब ते स्विच दे जिहड़ा डिफरेंस है, बट ये ना अपने लिए सफिशेंट नहीं है। तो अपनी टेनेनबॉम की बुक च भी मैनू स्विच किते नहीं मिलिया, तो मैं अपने वालों नैट तो सर्च करके तुहानूं करवा रही हाँ अगे। तो जिहड़ियां ये पिक्स है नैट तो जिहड़ा मैं सर्च किया, ये मैं तुहानूं अलग तो पिक्स भी अपने ग्रुप में सेंड कर दूँगी, तो तुसीं उत्थों कर लिओ। फिर भी जेकर तुहानूं कोई प्रॉब्लम आउंदी है स्विच दे विच तां तुसीं मैनूं पुछ सकदे हो, जां फिर तुसीं जेकर तुहानूं किसी होर बुक तो स्विच मिलदा तां उत्थों कर सकदे हो। बट मैनूं अपनियां दोनों बुक्स विच स्विच नहीं मिलिया स्विचिस बारे। सिर्फ अपनी जिहड़ी चरणजीत की बुक है ये ही जिहड़ा उपर डिफरेंस के विच दिता इन्ना क ही दिता होया, ये अपने लिए सफिशेंट नहीं है। तो मैं इंटरनैट तो सर्च करके तुहानूं करवा रही हाँ, ये मैं तुहानूं पिक्स सेंड कर दांगी। देखो स्विचस की हुंदा, स्विचस भी है जिहड़ा नैटवर्किंग डिवाइस है, तो सैकेंड लेयर जिहड़ी कि डाटा लिंक लेयर है उस ते काम करदा। दे कनैक्ट डिवाइस इन अ नैटवर्क एंड यूज पैकेट। देखो डाटा लिंक लेयर ते काम करदा ते पैकेट दे फॉरवर्ड डाटा पैकेट और डेटा फ्रेम, जां तां ये डेटा पैकेट नूं एक्सैस करदा सेंटर तो, ते जां डेटा फ्रेम नूं। मतलब वैसे तो डेटा लिंक लेयर ते आपां फ्रेम दे विच काम करते हैं, बट स्विचस की खासियत ये है कि डेटा लिंक लेयर दे उपर होने के बावजूद भी ये डेटा लिंक लेयर जां ये फ्रेम ते जां पैकेट दे विच काम कर सकदी है। ये जिहड़ा डाटा सेंड करदा रिसीव करदा जां अगे भेजदा वो जिहड़ा जां तां पैकेट दे विच हो सकदा जां फ्रेम दे रूप विच हो सकदा। स्विचस दी दूसरिਆਂ नालों एक मतलब डिफरेंस ये है कि ये बहुत सारे पोर्ट्स होंदे है। जिवें आपां कीता सी ब्रिज के पोर्ट बहुत घट होंदे है, तो उहदे विच जिहड़ा ट्रैफिक हो जाता डाटा जो सेंड करते हैं तो थोड़ा बहुत डिले भी हो जाता, क्योंकि पोर्ट घट है, एक पोर्ट के थ्रू वो डाटा लै रहा, सैकेंड पोर्ट के थ्रू डाटा सेंड करेगा। बट स्विच दे विच बहुत सारे पोर्ट होंदे है, तो बहुत सारे जिहड़े मशीनस है बहुत सारे कंप्यूटर इहदे नाल अटैच हो सकते, इहदे विच प्लग इन कर सकते हैं। डेटा फ्रेम अराइव्स एट एनी पोर्ट ऑफ नैटवर्क, इट एग्जामिन द डेस्टिनेशन एड्रैस, परफॉर्म नैसेसरी चैक्स एंड सेंड द फ्रेम टू द कोरस्पोंडिंग डिवाइस। देखो डेटा जिहड़ा किसी भी पोर्ट के थ्रू है जिहड़ा आ सकदा स्विच कोल अराइव हो सकदा, किसी भी पोर्ट के थ्रू डाटा जिहड़ा स्विच कोल आऊगा जिहड़ा सेंटर द्वारा सेंड किया गया होगा। स्विच है जिहड़ा उहदा एड्रैस डेस्टिनेशन एड्रैस एग्जामाइन करूगा कि किस एड्रैस ते जाना, उहदे विच जेकर उहनूं कुछ नैसेसरी पॉइंट चैक करूगा कि मतलब डाटा करप्ट तो नहीं आ, डाटा दे विच एड्रैस फील्ड सही दिता होया, डाटा जिहड़ा एड्रैस फील्ड दिता वो अपने नैटवर्क दे विच अटैच है, इदां दे नैसेसरी चैक्स करके जिहड़ा फ्रेम नूं सेंड कर दूगा जिहड़ा उहदे विच एड्रैस दिता होया। इट सपोर्ट्स यूनीकास्ट मल्टीकास्ट एज वैल एज ब्रॉडकास्ट। देखो यूनीकास्ट मल्टीकास्ट ते ब्रॉडकास्ट की मतलब तुहानूं मैं एग्जांपल दिन्नी आ। मल्टीकास्ट हुंदा यूनीकास्ट हुंदा कि एक ने सेंड किया एक ने रिसीव किया, ये हो गई यूनीकास्ट।
ਮਲਟੀਕਾਸਟ ਹੁੰਦਾ ਇੱਕ ਨੇ ਸੈਂਡ ਕੀਤਾ, ਕਾਫੀ ਸਾਰਿਆਂ ਨੇ ਰਿਸੀਵ ਕੀਤਾ, 2-3 ਨੇ ਰਿਸੀਵ ਕੀਤਾ, ਮਲਟੀਕਾਸਟ। ਬਰੋਡਕਾਸਟ ਹੋ ਗਿਆ ਕਿ ਇੱਕ PC ਨੇ ਡਾਟਾ ਸੈਂਡ ਕੀਤਾ, ਇੱਕ ਮਸ਼ੀਨ ਨੇ ਡਾਟਾ ਸੈਂਡ ਕੀਤਾ, ਅਤੇ ਜਿੰਨੀਆਂ ਵੀ ਮਸ਼ੀਨਸ ਆਪਣੇ ਨੈਟਵਰਕ ਦੇ ਵਿੱਚ ਅਟੈਚ ਹੈ ਸਾਰੀਆਂ ਨੇ ਹੀ ਡਾਟਾ ਐਕਸੈਸ ਕੀਤਾ। ਯੂਨੀਕਾਸਟ ਇੱਕ ਨੇ ਸੈਂਡ ਕੀਤਾ, ਇੱਕ ਨੇ ਰਿਸੀਵ ਕੀਤਾ। ਮਲਟੀਕਾਸਟ ਇੱਕ ਨੇ ਸੈਂਡ ਕੀਤਾ, ਇੱਕ ਤੋਂ ਜ਼ਿਆਦਾ ਨੇ ਰਿਸੀਵ ਕੀਤਾ ਬਟ ਸਾਰੀਆਂ ਨੇ ਰਿਸੀਵ ਨਹੀਂ ਕੀਤਾ। ਬਟ ਜਦੋਂ ਇੱਕ ਸੈਂਡ ਕਰਦਾ ਅਤੇ ਸਾਰੀਆਂ ਮਸ਼ੀਨਸ ਰਿਸੀਵ ਕਰਦੀਆਂ ਉਹਨੂੰ ਆਪਾਂ ਬਰੋਡਕਾਸਟ ਕਮਿਊਨੀਕੇਸ਼ਨ ਕਹਾਂਗੇ। ਦੇਖੋ ਇਹਦੇ ਵਿੱਚ ਮਲਟੀਕਾਸਟਿੰਗ ਸ਼ੋ ਹੋ ਰਹੀ ਹੈ ਆਪਣੇ ਡਾਟਾ ਦੇ ਵਿੱਚ ਕਿ ਇੱਕ ਸੈਂਡਰ ਹੈ, 2 ਰਿਸੀਵਰ ਹੈ, ਜਿਨ੍ਹਾਂ ਦੇ ਨੀਚੇ ਰਿਸੀਵਰ ਲਿਖ ਕੇ 2 ਮਤਲਬ ਆਪਣੇ ਅਟੈਚ ਕੀਤੇ ਹੋਏ ਉਹ 2 ਰਿਸੀਵਰ ਹੈ ਅਤੇ ਸੈਂਡਰ ਇੱਕ ਹੈ, 2 ਰਿਸੀਵਰ ਹੈ। ਇਹ ਹੈਗਾ ਮਲਟੀਕਾਸਟਿੰਗ ਸਵਿੱਚ, ਮਲਟੀਕਾਸਟਿੰਗ ਬਾਈ ਅ ਸਵਿੱਚ। ਫੀਚਰਸ ਦਿੱਤੇ ਆ ਉਹੀ ਹੈ ਕਿ ਡਾਟਾ ਲਿੰਕ ਲੇਅਰ 'ਤੇ ਕੰਮ ਕਰਦਾ ਜਿਹੜਾ ਸਵਿੱਚ ਹੈ। ਇੱਕ ਇੰਟੈਲੀਜੈਂਟ ਡਿਵਾਈਸ ਹੈ ਜਿਹਦੇ ਵਿੱਚ ਮਲਟੀਪੋਰਟ ਨੈਟਵਰਕਿੰਗ ਹੁੰਦੀ ਹੈ ਕਿ ਇਹਦੇ ਵਿੱਚ ਪੋਰਟਸ ਬਹੁਤ ਜ਼ਿਆਦਾ ਹੁੰਦੇ ਤਾਂ ਕਰਕੇ ਆਪਣੀ ਮਸ਼ੀਨਸ ਜਿਹੜੀਆਂ ਜ਼ਿਆਦਾ ਅਟੈਚ ਹੋ ਸਕਦੀਆਂ। ਅਤੇ ਡਾਟਾ ਸੈਂਡ ਕਰਨ ਲਈ ਮੈਕ ਐਡਰੈਸ ਯੂਜ਼ ਕਰਦਾ, ਮੀਡੀਅਮ ਐਕਸੈਸ ਮੈਕ ਐਡਰੈਸ ਯੂਜ਼ ਕਰਦਾ ਡਾਟਾ ਨੂੰ ਸੈਂਡ ਕਰਨ ਲਈ, ਜਿਹੜਾ ਕਿ ਆਪਾਂ ਨੂੰ ਕੋਲ ਡੈਸਟੀਨੇਸ਼ਨ ਪੁਆਇੰਟ ਇਹਦਾ ਹੁੰਦਾ। ਇਟ ਯੂਜ਼ਸ ਪੈਕਟ ਸਵਿਚਿੰਗ ਟੈਕਨੀਕ ਟੂ ਰਿਸੀਵ ਐਂਡ ਫੋਰਵਰਡ ਡਾਟਾ। ਦੇਖੋ ਇਹ ਪੈਕਟ ਅਤੇ ਫਰੇਮ ਦੋਨੋਂ ਯੂਜ਼ ਕਰ ਸਕਦਾ। ਡਾਟਾ ਨੂੰ ਰਿਸੀਵ ਕਰ ਲਈ, ਡਾਟਾ ਨੂੰ ਫੋਰਵਰਡ ਕਰ ਲਈ, ਡਾਟਾ ਨੂੰ ਸੈਂਡ ਕਰ ਲਈ। ਪੈਕਟ ਅਤੇ ਫਰੇਮ 2 ਸਵਿਚ ਜਿਹੜਾ ਇਹ ਫੋਰਮ ਯੂਜ਼ ਕਰ ਸਕਦਾ। ਅੱਗੇ ਉਹੀ ਦਿੱਤਾ ਇਟ ਸਪੋਰਟਸ ਯੂਨੀਕਾਸਟ 1 to 1, ਮਲਟੀਕਾਸਟ 1 to many ਐਂਡ ਬਰੋਡਕਾਸਟ 1 to all ਕਮਿਊਨੀਕੇਸ਼ਨ ਇਹ ਜਿਹੜਾ ਸਪੋਰਟ ਕਰਦਾ। ਟਰਾਂਸਮਿਸ਼ਨ ਮੋਡ ਇਜ਼ ਫੁੱਲ ਡੁਪਲੈਕਸ ਕਮਿਊਨੀਕੇਸ਼ਨ in the channel occurs in both the direction at the same time due to this collision do not occur। ਉਹੀ ਫੁੱਲ ਡੁਪਲੈਕਸ ਮੈਂ ਤੁਹਾਨੂੰ ਦੱਸਿਆ ਅੱਗੇ ਵੀ ਆਪਾਂ ਕਿੰਨੀ ਵਾਰ ਪੜ੍ਹਿਆ ਹੋਇਆ। ਫੁੱਲ ਡੁਪਲੈਕਸ ਹੁੰਦਾ ਕਿ ਜਿਹੜਾ ਸੈਂਡਰ ਉਹ ਡਾਟਾ ਸੈਂਡ ਵੀ ਕਰ ਰਿਹਾ, ਜਿਹੜਾ ਰਿਸੀਵਰ ਉਹ ਡਾਟਾ ਸੈਂਡਰ ਹੈ, ਇੱਕ ਸੈਂਡਰ ਇੱਕ ਰਿਸੀਵਰ ਹੈ, ਸੈਂਡਰ ਡਾਟਾ ਸੈਂਡ ਵੀ ਕਰ ਰਿਹਾ ਅਤੇ ਰਿਸੀਵਰ ਤੋਂ ਉਸੇ ਟਾਈਮ 'ਤੇ ਡਾਟਾ ਰਿਸੀਵ ਵੀ ਕਰ ਰਿਹਾ। ਇਹਦੀ ਐਗਜ਼ਾਮਪਲ ਆਪਾਂ ਕੀਤੀ ਸੀ ਮੋਬਾਈਲ ਫੋਨ ਕਾਲਿੰਗ। ਫੁੱਲ ਡੁਪਲੈਕਸ ਕਿ ਜਦੋਂ ਸੈਂਡਰ ਜਾਂ ਇੱਕ ਮਸ਼ੀਨ ਐਟ ਅ ਸੇਮ ਟਾਈਮ ਡਾਟਾ ਸੈਂਡ ਵੀ ਕਰ ਰਹੀ ਹੈ ਅਤੇ ਡਾਟਾ ਰਿਸੀਵ ਵੀ ਕਰ ਰਹੀ ਹੈ। ਓਕੇ, ਅੱਗੇ ਹੈ ਸਵਿਚਸ ਆਰ ਐਕਟਿਵ ਡਿਵਾਈਸਿਸ ਇਕੁਇਪਡ ਵਿਦ ਦ ਨੈਟਵਰਕ ਸੋਫਟਵੇਅਰ ਨੈਟਵਰਕ ਮੈਨੇਜਮੈਂਟ ਕੈਪੇਬਿਲਿਟੀ। ਦੇਖੋ ਇਹਦੇ ਵਿੱਚ ਆਪਾਂ ਨੈਟਵਰਕ ਸੋਫਟਵੇਅਰ ਅਤੇ ਇਹਦੇ ਵਿੱਚ ਮਤਲਬ ਸਵਿਚਸ ਵਿੱਚ ਨੈਟਵਰਕ ਸੋਫਟਵੇਅਰ ਵੀ ਯੂਜ਼ ਕੀਤੇ ਜਾਂਦੇ ਅਤੇ ਉਹਨਾਂ ਨੂੰ ਮੈਨੇਜ ਕਰਨ ਦੀ ਵੀ ਕੈਪੇਬਿਲਿਟੀ ਜਿਹੜੀ ਹੈਗੀ ਆ ਸਵਿਚ ਦੇ ਵਿੱਚ ਹੈ। ਸਵਿਚਸ ਕੈਨ ਪਰਫੋਰਮ ਸਮ ਐਰਰ ਚੈਕਿੰਗ ਬਿਫੋਰ ਫੋਰਵਰਡਿੰਗ ਡਾਟਾ ਟੂ ਦਾ ਡੈਸਟੀਨੇਸ਼ਨ ਪੁਆਇੰਟ। ਜਦੋਂ ਇੱਕ ਸੈਂਡਰ ਡਾਟਾ ਸੈਂਡ ਕਰਦਾ, ਸਵਿਚ ਡਾਟਾ ਨੂੰ ਰਿਸੀਵ ਕਰਦਾ ਉਸ ਨੂੰ, ਤਾਂ ਅੱਗੇ ਇਹਦੇ ਡੈਸਟੀਨੇਸ਼ਨ ਪੁਆਇੰਟ 'ਤੇ ਭੇਜਣ ਤੋਂ ਪਹਿਲਾਂ ਉਹਦੇ ਵਿੱਚ ਐਰਰਸ ਚੈੱਕ ਕਰਦਾ ਕਿ ਕਿਤੇ ਡਾਟਾ ਕਰਪਟ ਤਾਂ ਨਹੀਂ, ਕਿਤੇ ਡਾਟਾ ਲੋਸ ਤਾਂ ਨਹੀਂ ਹੋ ਗਿਆ। ਜਿਸ ਸੀਕੁਐਂਸ ਵਿੱਚ ਸੈਂਡਰ ਨੇ ਡਾਟਾ ਸੈਂਡ ਕੀਤਾ ਸੀ ਕਿ ਸਵਿਚ ਕੋਲ ਉਸੇ ਸੀਕੁਐਂਸ ਵਿੱਚ ਡਾਟਾ ਆਇਆ, ਕਿਤੇ ਡਾਟਾ ਜਿਹੜਾ ਮਿਸਮੈਚ ਤਾਂ ਨਹੀਂ ਹੋ ਗਿਆ, ਉਹਦੀ ਸੀਕੁਐਂਸ ਹੈ ਜਿਹੜੀ ਉਹ ਅੱਗੇ ਪਿੱਛੇ ਤਾਂ ਨਹੀਂ ਹੋਊਗੀ। The number of port is higher 24 to 48। ਅੱਗੇ ਹੈ ਟਾਈਪਸ ਆਫ ਸਵਿਚ। ਆਪਣੇ ਕੋਲ 4 ਤਰ੍ਹਾਂ ਦੇ ਸਵਿਚਸ ਆਪਾਂ ਯੂਜ਼ ਕਰਦੇ ਹਾਂ। ਅਨਮੈਨੇਜਡ ਸਵਿਚ, ਮੈਨੇਜਡ ਸਵਿਚ, ਲੈਨ ਸਵਿਚ ਅਤੇ PoE ਸਵਿਚ। ਅਨਮੈਨੇਜਡ ਸਵਿਚ ਦੇਰ ਆਰ ਇਨਐਕਸਪੈਂਸਿਵ ਸਵਿਚਸ ਕਾਮਨਲੀ। ਦੇਖੋ ਇਹ ਬਹੁਤ ਸਸਤੀਆਂ ਹੁੰਦੀਆਂ, ਐਕਸਪੈਂਸਿਵ ਨਹੀਂ ਹੁੰਦੀਆਂ ਅਤੇ ਆਪਾਂ ਇਹਨਾਂ ਨੂੰ ਨੋਰਮਲੀ ਜਾਂ ਤਾਂ ਛੋਟੇ ਬਿਜ਼ਨਸ ਵਿੱਚ ਜਾਂ ਘਰਾਂ ਵਿੱਚ ਯੂਜ਼ ਕਰਦੇ ਹਾਂ। ਦੇ ਕੈਨ ਵੀ ਸੈਟਅਪ ਬਾਈ ਸਿੰਪਲੀ ਪਲੱਗਿੰਗ ਇਨ। ਇਹਦੇ ਵਿੱਚ ਆਪਾਂ ਸਿੰਪਲੀ ਜਿਹੜਾ ਆਪਣਾ ਮਸ਼ੀਨ ਦਾ ਪਲੱਗ ਇਹਦੇ ਵਿੱਚ ਅਟੈਚ ਕਰਦੇ ਹਾਂ ਅਤੇ ਆਫਟਰ ਵਿਚ ਦੇ ਇੰਸਟਾਲ ਸਟਾਰਟ ਓਪਰੇਟਿੰਗ। ਇਹ ਆਪਾਂ ਆਪਣੇ ਘਰ ਜਾਂ ਛੋਟੇ ਬਿਜ਼ਨਸ ਦੇ ਵਿੱਚ ਯੂਜ਼ ਕਰਦੇ, ਆਪਾਂ ਮਸ਼ੀਨ ਦਾ ਸਿੰਪਲ ਇਹਦੇ ਵਿੱਚ ਪਲੱਗ ਅਟੈਚ ਕਰਦੇ ਹਾਂ ਅਤੇ ਆਪਾਂ ਅੱਗੇ ਆਪਰੇਸ਼ਨ ਜਿਹੜਾ ਪਰਫੋਰਮ ਕਰ ਲੱਗ ਜਾਂਦਾ। ਜਦੋਂ ਆਪਾਂ ਨੂੰ ਕਹਿੰਦੇ ਮੋਰ ਡਿਵਾਈਸਿਸ ਦੀ ਲੋੜ ਹੁੰਦੀ ਹੈ ਕਿ ਆਪਾਂ ਮੋਰ ਡਿਵਾਈਸਿਸ ਐਡ ਕਰਨੇ ਆ ਆਪਣੇ ਕੋਲ ਸਮੋਲ ਬਿਜ਼ਨਸ ਦੇ ਵਿੱਚ ਕਾਫੀ ਸਾਰੇ ਆਪਣੇ ਨੋਡ ਹੈ, ਕਾਫੀ ਸਾਰੇ ਆਪਣੇ ਕੰਪਿਊਟਰ ਆਪਾਂ ਇਹਦੇ ਵਿੱਚ ਐਡ ਕਰਨੇ ਆ ਤਾਂ ਆਪਾਂ ਇੱਕ ਤੋਂ ਜ਼ਿਆਦਾ ਸਵਿਚਸ ਵੀ ਯੂਜ਼ ਕਰ ਸਕਦੇ ਹਾਂ। ਨੈਕਸਟ ਹੈ ਮੈਨੇਜਡ ਸਵਿਚਸ। ਜਿਹੜੀਆਂ ਮੈਨੇਜਡ ਸਵਿਚਸ ਹੁੰਦੀਆਂ ਇਹ ਲਾਰਜ ਔਰਗਨਾਈਜੇਸ਼ਨ ਦੇ ਵਿੱਚ ਕੰਮ ਆਪਾਂ ਯੂਜ਼ ਕਰਦੇ ਹਾਂ। ਵੱਡੇ ਨੈਟਵਰਕ
जिथे ਕੰਪਲੈਕਸ ਨੈਟਵਰਕ है, काफ़ी ਵੱਡੀ ਨੈਟਵਰਕਿੰਗ ਕਰਨੀ ਹੈ, ਲਾਰਜ ਔਰਗਨਾਈਜੇਸ਼ਨ ਉੱਥੇ ਆਪਾਂ ਯੂਜ਼ ਕਰਦੇ ਹਾਂ, ਤਾਂ ਉਸ ਤਰੀਕੇ ਇਹ ਤਾਂ ਕਰਕੇ ਥੋੜ੍ਹੇ ਜਿਹੇ ਕੋਸਟਲੀ ਵੀ ਆਪਾਂ ਨੂੰ ਪੈਂਦੇ ਆ। ਇਹਦੀ ਫੀਚਰ ਮੇਨ ਹੈ ਕਿ ਆਪਾਂ ਨੂੰ ਕੁਆਲਿਟੀ ਆਫ ਸਰਵਿਸ ਪ੍ਰੋਵਾਈਡ ਕਰਦੇ ਆ। ਇਹਦੇ ਵਿੱਚ ਜਿਹੜੀ ਸਰਵਿਸ ਦੀ ਕੁਆਲਿਟੀ ਹੁੰਦੀ ਹੈ ਕਿ ਜਿਸ ਤਰ੍ਹਾਂ ਤਰੀਕੇ ਨਾਲ ਆਪਾਂ ਡਾਟਾ ਸੈਂਡ ਕਰਾਂਗੇ ਰਿਸੀਵਰ ਕੋਲ ਉਸੇ ਸੀਕੁਐਂਸ ਵਿੱਚ ਉਸੇ ਤਰ੍ਹਾਂ ਦਾ ਡਾਟਾ ਜਾਊਗਾ, ਡਾਟਾ ਦਾ ਕੋਈ ਲੋਸ ਨਹੀਂ ਹੋਊਗਾ, ਕੋਈ ਮਿਸਮੈਚ ਨਹੀਂ ਹੋਊਗਾ, ਉਹਦੀ ਸੀਕੁਐਂਸ ਤੋਂ ਕੋਈ ਇਫੈਕਟ ਨਹੀਂ ਹੋਊਗਾ। ਅਤੇ ਇਹਦੇ ਵਿੱਚ SNMP ਪ੍ਰੋਟੋਕੋਲ ਯੂਜ਼ ਕੀਤਾ ਜਾਂਦਾ ਡਾਟਾ ਨੂੰ ਸੈਂਡ ਕਰਨ ਲਈ। ਅੱਗੇ ਲੈਨ ਸਵਿਚ, ਲੋਕਲ ਏਰੀਆ ਨੈਟਵਰਕ ਸਵਿਚ, ਕਨੈਕਟਡ ਡਿਵਾਈਸਿਸ ਇਨ ਦਾ ਇੰਟਰਨਲ ਲੈਨ। ਜਦੋਂ ਇੱਕੋ ਲੈਨ ਲੋਕਲ ਏਰੀਆ ਨੈਟਵਰਕ ਹੈ, ਇੱਕ ਬਿਲਡਿੰਗ ਦੇ ਵਿੱਚ ਆਪਾਂ ਲੋਕਲ ਏਰੀਆ ਨੈਟਵਰਕ ਇਸਟੈਬਲਿਸ਼ ਕੀਤਾ, ਉਹਦੇ ਵਿੱਚ ਆਪਾਂ ਜਿਹੜੇ ਕੰਪਿਊਟਰਸ ਆ ਉਹਨਾਂ ਨੂੰ ਆਪਸ ਵਿੱਚ ਅਟੈਚ ਕਰਨਾ, ਤਾਂ ਆਪਾਂ ਲੈਨ ਸਵਿਚ ਯੂਜ਼ ਕਰਾਂਗੇ। ਅਤੇ ਇਹਨਾਂ ਨੂੰ ਈਥਰਨੈਟ ਸਵਿਚ ਜਾਂ ਡਾਟਾ ਸਵਿਚ ਵੀ ਕਿਹਾ ਜਾਂਦਾ। The switches are particularly helpful in reducing network congestion or bottlenecks। ਇਹ ਤਰ੍ਹਾਂ ਦੇ ਜਿਹੜੇ ਸਵਿਚਸ ਹੈ ਉਹ ਡਾਟਾ ਦਾ ਕੰਜੈਸ਼ਨ ਹੁੰਦਾ ਕਿ ਕਈ ਵਾਰ ਡਾਟਾ ਦਾ ਟਰੈਫਿਕ ਹੋ ਜਾਂਦਾ ਕਿ ਆਪਾਂ ਡਾਟਾ ਸੈਂਡ ਕਰ ਰਹੇ ਹਾਂ, ਉੱਧਰੋਂ ਉਸ ਰਸਤੇ 'ਤੇ ਜਾਂ ਉਸ ਵੇ 'ਤੇ ਕੋਈ ਹੋਰ ਡਾਟਾ ਸੈਂਡ ਕਰ ਰਿਹਾ ਸੀ, ਤਾਂ ਕੰਜੈਸ਼ਨ ਹੁੰਦਾ ਕਿ ਡਾਟਾ ਲੋਸ ਹੋ ਜਾਂਦਾ ਕਿ ਡਾਟਾ ਆਪਾਂ ਸੈਂਡ ਕੀਤਾ ਕਿ ਕਿਸੇ ਹੋਰ ਨੇ ਡਾਟਾ ਸੈਂਡ ਕੀਤਾ। ਜਿੱਥੇ ਆਪਣਾ ਡਾਟਾ ਪਹੁੰਚਣਾ ਚਾਹੀਦਾ ਸੀ ਉੱਥੇ ਦੂਸਰੀ ਮਸ਼ੀਨ ਦਾ ਡਾਟਾ ਪਹੁੰਚ ਗਿਆ, ਜਿੱਥੇ ਦੂਸਰੀ ਮਸ਼ੀਨ ਦਾ ਡਾਟਾ ਪਹੁੰਚਣਾ ਚਾਹੀਦਾ ਸੀ ਉੱਥੇ ਆਪਣਾ ਡਾਟਾ ਪਹੁੰਚ ਗਿਆ। ਤਾਂ ਇਸ ਕੰਜੈਸ਼ਨ ਨੂੰ, ਇਸ ਜਿਹੜੀ ਪ੍ਰੋਬਲਮ ਨੂੰ ਆ ਜਿਹੜਾ ਲੈਨ ਸਵਿਚ ਹੈ ਉਹ ਰਿਡਿਊਸ ਕਰਦਾ। ਇਹਦੇ ਨਾਲ ਜਿਹੜੀ ਇਹ ਜਿਹੀ ਪ੍ਰੋਬਲਮ ਹੋਣ ਦੇ ਜਿਹੜੇ ਹੈਗੇ ਨੇ ਚਾਂਸ ਘੱਟ ਹੁੰਦੇ ਨੇ। ਨੋ ਓਵਰਲੈਪਿੰਗ ਆਫ ਪੈਕਟ, ਉਹੀ ਹੈ ਕਿ ਓਵਰਲੈਪਿੰਗ ਨਹੀਂ ਹੁੰਦੀ। ਜਿਵੇਂ ਆਪਾਂ ਡਾਟਾ ਸੈਂਡ ਕਰਨਾ, ਸੇਮ ਡਾਟਾ ਆਪਾਂ ਕਾਫੀ ਡਿਵਾਈਸਿਸ 'ਤੇ ਸੈਂਡ ਕਰਨਾ, ਤਾਂ ਇਹਦੇ ਵਿੱਚ ਕੋਮਨ ਡਾਟਾ ਜਿਹੜਾ ਸੈਂਡ ਕਰਨਾ ਇੱਕੋ ਟਾਈਮ 'ਤੇ ਸਭ ਨੂੰ ਸੈਂਡ ਹੋ ਜਾਊਗਾ। ਵਾਰ ਇਹ ਨਹੀਂ ਕਿ ਆਪਾਂ ਇੱਕ ਵਾਰ ਸੈਂਡ ਕੀਤਾ ਇੱਕ ਨੂੰ ਕੀਤਾ ਫਿਰ ਉਹੀ ਡਾਟਾ ਆਪਾਂ ਸੈਕਿੰਡ ਨੂੰ ਸੈਂਡ ਕਰਨਾ, ਉਹੀ ਥਰਡ ਨੂੰ। ਓਵਰਲੈਪਿੰਗ ਹੁੰਦਾ ਕਿ ਕੋਮਨ ਡਾਟਾ ਨੂੰ ਹੈ ਜਿਹੜਾ ਵਾਰ ਯੂਜ਼ ਕਰਨ ਦੀ ਜਗ੍ਹਾ ਇੱਕੋ ਵਾਰ ਯੂਜ਼ ਕਰੋ, ਤਾਂ ਆਪਣਾ ਜਿਹੜਾ ਡਾਟਾ ਆਪਾਂ ਇੱਕ ਵਾਰ ਸੈਂਡ ਕਰਾਂਗੇ ਅਤੇ ਜਿਹਨੂੰ ਆਪਾਂ ਭੇਜਣਾ ਆਪਾਂ ਇੱਕੋ ਟਾਈਮ 'ਤੇ ਸਭ ਨੂੰ ਭੇਜ ਸਕਦੇ ਹਾਂ। ਵਾਰ ਆਪਾਂ ਨੂੰ ਉਹੀ ਚੀਜ਼ ਭੇਜਣ ਦੀ ਜ਼ਰੂਰਤ ਨਹੀਂ ਪੈਂਦੀ। ਨੈਕਸਟ ਹੈ PoE ਸਵਿਚ, ਪਾਵਰ ਓਵਰ ਈਥਰਨੈਟ ਸਵਿਚਸ। ਇਹ ਜਿਹੜੀ ਹੈ ਡਾਟਾ ਅਤੇ ਪਾਵਰ ਟਰਾਂਸਮਿਸ਼ਨ ਨੂੰ ਕੰਬਾਈਨ ਕਰਦੀ ਹੈ। ਇਹਦੇ ਵਿੱਚ ਇਹ ਹੁੰਦਾ ਕਿ ਜਿਹੜੀ ਵਾਇਰ ਦੇ ਥਰੂ ਆਪਾਂ ਨੂੰ ਪਾਵਰ ਮਿਲ ਰਹੀ ਹੈ, ਕਿ ਆਪਣੀ ਪਾਵਰ ਹੈ ਜਿਹੜੀ ਵਾਇਰ ਦੇ ਥਰੂ ਆ ਰਹੀ ਹੈ, ਉਸੇ ਵਾਇਰ ਦੇ ਥਰੂ ਹੈ ਜਿਹੜਾ ਆਪਾਂ ਡਾਟਾ ਟਰਾਂਸਫਰ ਕਰ ਸਕਦੇ ਹਾਂ, ਉਸੇ ਕੇਬਲ ਦੇ ਥਰੂ। ਜਿਸ ਕੇਬਲ ਤੋਂ ਆਪਾਂ ਨੂੰ ਪਾਵਰ ਮਿਲ ਰਹੀ ਹੈ, ਆਪਣੀ ਸਵਿਚ ਨੂੰ, ਆਪਣੇ ਪੂਰੇ ਨੈਟਵਰਕ ਨੂੰ ਪਾਵਰ ਮਿਲ ਰਹੀ ਹੈ, ਉਸੇ ਕੇਬਲ ਦੇ ਥਰੂ ਹੈ ਜਿਹੜਾ ਡਾਟਾ ਰਿਸੀਵ ਹੁੰਦਾ, ਉਸੇ ਕੇਬਲ ਦੇ ਥਰੂ ਹੈ ਜਿਹੜਾ ਡਾਟਾ ਸੈਂਡ ਹੁੰਦਾ। ਤਾਂ ਇਹਦੇ ਵਿੱਚ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਟ ਇਜ਼ PoE ਟੈਕਨੋਲੋਜੀ ਕੰਬਾਈਨਸ ਡੇਟਾ ਐਂਡ ਪਾਵਰ ਟਰਾਂਸਮਿਸ਼ਨ ਓਵਰ ਦਾ ਸੇਮ ਕੇਬਲ ਸੋ ਦੈਟ ਡਿਵਾਈਸ ਕਨੈਕਟਡ ਟੂ ਇਟ ਕੈਨ ਰਿਸੀਵ ਬੋਥ ਇਲੈਕਟ੍ਰੀਸਿਟੀ ਐਜ਼ ਵੈਲ ਐਜ਼ ਡੇਟਾ ਓਵਰ ਸੇਮ ਲਾਈਨ। ਕਿ ਜਦੋਂ ਆਪਾਂ ਨੂੰ ਜਿਹੜੀ ਕੇਬਲ ਤੋਂ ਇਲੈਕਟ੍ਰੀਸਿਟੀ ਮਿਲ ਰਹੀ ਹੈ ਉਸੇ ਕੇਬਲ ਦੇ ਥਰੂ ਆਪਾਂ ਨੂੰ ਡਾਟਾ ਜਿਹੜਾ ਉਹ ਰਿਸੀਵ ਹੋ ਜਾਊਗਾ, ਤਾਂ ਉੱਥੇ ਆਪਾਂ PoE ਸਵਿਚ ਹੈ ਜਿਹੜੀ ਉਹ ਯੂਜ਼ ਕਰਦੇ ਹਾਂ। ਤਾਂ ਨੈਟਵਰਕਿੰਗ ਡਿਵਾਈਸਿਸ ਦਾ ਜਿਹੜਾ ਆਪਣਾ ਟੋਪਿਕ ਹੈ ਬੱਚੋ ਕੰਪਲੀਟ ਹੋ ਗਿਆ। ਜੇਕਰ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਪੁੱਛ ਸਕਦੇ ਹੋ, ਬਟ ਸਵਿਚ ਦਾ ਮੈਂ ਚੈੱਕ ਕਰੂੰਗੀ। ਜੇਕਰ ਮੈਨੂੰ ਕਿਸੇ ਹੋਰ ਬੁੱਕ ਤੋਂ ਮਿਲਦਾ ਤਾਂ ਮੈਂ ਤੁਹਾਨੂੰ ਉਹ ਵੀ ਮਤਲਬ PDF ਬਣਾ ਕੇ ਸੈਂਡ ਕਰ ਦੂੰਗੀ, ਪਰ ਨਹੀਂ ਤਾਂ ਤੁਸੀਂ ਜਿਹੜੇ ਮੈਂ ਤੁਹਾਨੂੰ ਕਰਵਾਇਆ ਇਹ ਮੈਂ ਤੁਹਾਨੂੰ ਪਿਕਸ ਸੈਂਡ ਕਰ ਦਿੰਦੀ ਹਾਂ। ਇਸ ਤੋਂ ਤੁਸੀਂ ਸਵਿਚ ਬਾਰੇ ਕਰ ਸਕਦੇ ਹੋ। ਬਾਕੀ ਤੁਸੀਂ ਇੰਟਰਨੈੱਟ 'ਤੇ ਹੋਰ ਵੀ ਸਰਚ ਕਰ ਸਕਦੇ ਹੋ ਜੇ ਕਰਨਾ ਚਾਹੋ ਤਾਂ। ਓਕੇ, ਥੈਂਕ ਯੂ ਬੱਚੇ।